ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ। ਤਾਂ ਅੱਜ ਆਪਣਾ ਤੀਸਰੀ ਕਲਾਸ ਆ ਇਹ। ਪਹਿਲਾਂ ਦੋ ਕਲਾਸਾਂ ਆਪਾਂ ਆਲਰੇਡੀ ਇਹਦੇ 'ਤੇ ਪਾ ਚੁੱਕੇ ਹਾਂ। ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਪੰਜਾਬ ਦੀ ਵਿਆਕਰਨ ਜਿਹੜੀ ਪੰਜਾਬੀ ਭਾਸ਼ਾ ਦੀ, ਉਹਨੂੰ ਆਪਾਂ ਪ੍ਰੋਪਰ ਕਵਰ ਕਰਨਾ ਤੁਹਾਡੇ ਨਾਲ ਮਿਲ ਕੇ। ਇਹ ਤੋਂ ਪਹਿਲਾਂ ਦੋ ਲੈਕਚਰ ਹੋ ਚੁੱਕੇ ਨੇ ਆਲਰੇਡੀ, ਉਹਨਾਂ ਨੂੰ ਤੁਸੀਂ ਇੱਕ ਵਾਰ ਦੇਖ ਲਿਓ। ਤਾਂ ਥੰਬਨੇਲ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਹੋਣਾ ਆਪਾਂ ਵਿਆਕਰਨ ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਬੇਸਿਕ ਫੈਕਟ ਨੇ ਜਿਹੜੇ ਉਹ ਦੱਸਿਆ, ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਆਕਰਨ ਤੋਂ ਸਟਾਰਟ ਕਰਨਾ। ਤਾਂ ਪਹਿਲਾਂ ਤੁਸੀਂ ਉਹ ਦੇਖ ਲਿਓ। ਦੇਖੋ PPSC ਦਾ ਕੋਈ ਵੀ ਐਗਜ਼ਾਮ ਆ ਉਹਦੇ ਲਈ ਤੁਹਾਨੂੰ ਇਹ ਜ਼ਰੂਰੀ ਆ, ਮਤਲਬ ਕਿ PPSC ਕੋਈ ਵੀ ਕੰਡਕਟ ਕਰਾਵੇ ਐਗਜ਼ਾਮ, ਇਹ ਤੋਂ ਬਿਨਾਂ ਵੀ ਪੰਜਾਬ ਲੈਵਲ ਦਾ ਜਾਂ ਮਤਲਬ ਪੰਜਾਬ ਦੇ ਵਿੱਚ ਹੋਣ ਵਾਲਾ ਕੋਈ ਵੀ ਐਗਜ਼ਾਮ ਆ ਤਾਂ ਉਹਦੇ ਵਿੱਚ ਤੁਹਾਨੂੰ ਇਹ ਪੜ੍ਹਨਾ ਜ਼ਰੂਰੀ ਆ। ਤਾਂ ਕਰਕੇ ਇਹਦੇ ਨੰਬਰ ਪੱਕੇ ਕਰਨ ਦੇ ਲਈ ਤੁਸੀਂ ਕਲਾਸ ਨੂੰ ਜ਼ਰੂਰ ਦੇਖਣਾ। ਤਾਂ ਪਹਿਲਾਂ ਵਾਲੀਆਂ ਤੁਸੀਂ ਦੋ ਕਲਾਸਾਂ ਵੀ ਦੇਖਿਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਤਾਂ ਦੇਖੋ, ਮੈਂ ਤੁਹਾਨੂੰ ਇਹ ਨਹੀਂ ਗਾ ਵੀ ਹੁਣ ਮੈਂ ਤੁਹਾਨੂੰ ਪੂਰਾ PDF ਦੇ ਦਾਂ, ਤਾਂ ਤੁਸੀਂ ਆਪਣਾ ਕੁਛ ਤੋਂ ਨੋਟ ਕਰ ਲਿਓ। ਨਹੀਂ ਬਾਕੀ ਪੰਜਾਬੀ ਅਗਰ ਨਹੀਂ ਵੀ ਨੋਟ ਕਰੋਗੇ ਤਾਂ ਵੀ ਤੁਸੀਂ ਇੱਕ ਵਾਰੀ ਅੱਖਾਂ ਦਾ ਹਿੰਦੀ ਕੱਢ ਦਿਓ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ। ਦੇਖੋ, ਅੱਜ ਦਾ ਆਪਣਾ ਟੌਪਿਕ ਹੈਗਾ ਵਿਆਕਰਨ। ਇਸੇ ਨੂੰ ਆਪਾਂ ਕਹਿ ਦਿੰਦੇ ਹਾਂ ਗ੍ਰਾਮਰ। ਓਕੇ, ਤਾਂ ਹੁਣ ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਆ। ਦੇਖੋ, ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਚੈਨਲ 'ਤੇ ਨਵੇਂ ਨੇ, ਔਰ ਵੀਡੀਓ ਨੂੰ ਚੱਲਦੀ ਦੌਰਾਨ ਹੀ ਲਾਈਕ ਕਰ ਦਿਓ। ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਚਲੋ, ਅੱਜ ਦਾ ਆਪਣਾ ਟੌਪਿਕ ਆ ਜਿਹੜਾ ਉਹਨੂੰ ਆਪਾਂ ਸਟਾਰਟ ਕਰਦੇ ਹਾਂ। ਦੇਖੋ, ਵਿਆਕਰਨ ਹੁੰਦਾ ਕੀ ਆ। ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਲਿਖਤੀ ਭਾਸ਼ਾ ਹੁੰਦੀ ਆ, ਬੋਲਚਾਲ ਦੀ ਭਾਸ਼ਾ ਹੁੰਦੀ ਆ, ਅਸੀਂ ਕਿਹਨੂੰ ਟਕਸਾਲੀ ਕਹਿੰਦੇ ਆ। ਉਪ ਭਾਸ਼ਾ ਕੀ ਹੁੰਦੀ ਆ, ਮਾਝੀ, ਦੁਆਬੀ, ਪੋਠੋਹਾਰੀ। ਤਾਂ ਇਹ ਸਾਰੀਆਂ ਭਾਸ਼ਾਵਾਂ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਮੈਂ ਤੁਹਾਨੂੰ ਇਹ ਵੀ ਦੱਸ ਚੁੱਕਿਆ ਵੀ ਸੰਵਿਧਾਨ ਦੇ ਵਿੱਚ ਜਿਹੜਾ 8ਵਾਂ ਸ਼ਡਿਊਲ ਆ ਉਹ ਡੀਲ ਕਰਦਾ ਭਾਸ਼ਾ ਦੇ ਨਾਲ। ਓਕੇ, ਕਿਹੜੀ ਕਿਹੜੀ ਓਫੀਸ਼ੀਅਲ ਭਾਸ਼ਾ ਗਈ, ਅਤੇ ਸੰਵਿਧਾਨ ਦੇ ਵਿੱਚ ਮਾਨਤਾ ਪ੍ਰਾਪਤ ਨੇ 22 ਭਾਸ਼ਾ ਨੂੰ। ਓਕੇ, ਤਾਂ ਹੁਣ ਵਿਆਕਰਨ ਦੀ ਗੱਲ ਕਰੀਏ ਤਾਂ ਵਿਆਕਰਨ ਦਾ ਜਿਹੜਾ, ਦੇਖੋ ਹੁਣ ਤੁਸੀਂ ਧਿਆਨ ਦੇ ਨਾਲ ਸੁਣਨਾ। ਤਾਂ ਜਿਹੜਾ ਇਹ ਵਿਆਕਰਨ ਆ ਇਹ ਮੁੱਖ ਤੌਰ 'ਤੇ ਕਿਹੜੀ ਭਾਸ਼ਾ ਦਾ ਸ਼ਬਦ ਆ? ਸੰਸਕ੍ਰਿਤ ਭਾਸ਼ਾ ਦਾ ਸ਼ਬਦ। ਠੀਕ ਆ, ਅਤੇ ਇਹਦਾ ਅਰਥ ਕੀ ਆ? ਜੇ ਆਪਾਂ ਇਹਦਾ ਦੇਖੀਏ ਇਹਦਾ ਮੀਨ ਕੀ ਆ, ਤਾਂ ਇਹਦਾ ਮੀਨ ਹੈਗਾ ਵਿਸ਼ਲੇਸ਼ਣ ਕਰਨਾ, ਜਾਂ ਫਿਰ ਮਤਲਬ ਕਿ ਜੋੜ ਖੋਲ੍ਹ ਦੇਣੇ ਕਿਸੇ ਚੀਜ਼ ਦੇ, ਜਾਂ ਫਿਰ ਉਹਦੇ ਅੰਗਾਂ ਨੂੰ ਵੱਖ-ਵੱਖ ਕਰਕੇ ਸਮਝਣਾ। ਤਾਂ ਇਹਨੂੰ ਕਹਿੰਦੇ ਆ ਵਿਆਕਰਨ। ਠੀਕ ਆ, ਇਸੇ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿ ਦਿੰਦੇ ਆ? ਇਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ ਗ੍ਰਾਮਰ। ਤਾਂ ਹੁਣ ਇਹ ਤਾਂ ਇੱਕ ਹੋ ਗਿਆ ਇਹਦੇ ਨਾਮ ਦੇ ਬਾਰੇ। ਤਾਂ ਹੁਣ ਵਿਆਕਰਨ ਦਾ ਸੰਬੰਧ ਕਿਸੇ ਭਾਸ਼ਾ ਦੇ ਨਾਲ ਹੁੰਦਾ। ਠੀਕ ਆ, ਇਹ ਗੱਲ ਨੂੰ ਤੁਸੀਂ ਹਮੇਸ਼ਾ ਹੀ ਯਾਦ ਰੱਖਣਾ ਵੀ ਵਿਆਕਰਨ ਆ ਜਿਹੜੀ ਉਹਦਾ ਸੰਬੰਧ ਕਾਹਦੇ ਨਾਲ ਹੁੰਦਾ? ਕਿਸੇ ਵੀ ਭਾਸ਼ਾ ਦੇ ਨਾਲ ਹੁੰਦਾ। ਹੁਣ ਕਿਵੇਂ ਹੁੰਦਾ? ਦੇਖੋ, ਕਿਸੇ ਭਾਸ਼ਾ ਨੂੰ ਆਪਾਂ ਲਿਖਦੇ ਹਾਂ ਤਾਂ ਉਹਨੂੰ ਆਪਾਂ ਇੱਕ ਸਾਫ਼ ਤੌਰ 'ਤੇ ਲਿਖੀਏ। ਜਿਵੇਂ ਕਿ ਮੈਂ ਲਿਖਿਆ ਮੇਰਾ ਨਾਮ ਰਾਮ ਹੈ, ਮੈਂ ਇੱਥੇ ਲਿਖਤਾ ਰਾਮ ਨਾਮ ਹੈ। ਹੁਣ ਇੱਥੇ ਮੇਰਾ, ਜਾਂ ਉਲਟੇ ਫੁਲਟੇ ਨੂੰ ਕਰ ਦਿਓ ਤੁਸੀਂ। ਤਾਂ ਕੋਈ ਵੀ ਲਾਈਨ ਹੋਰ ਬਣਾ ਸਕਦੇ ਹੋ ਤੁਸੀਂ ਜਿਹੜੀਆਂ ਤੁਹਾਨੂੰ ਲੱਗਣ। ਤਾਂ ਇਹ ਤਾਂ ਮੈਂ ਤੁਹਾਨੂੰ ਇੱਕ ਵੈਸੇ ਹੀ ਬੇਤੁਕੀ ਜਿਹੀ ਐਗਜ਼ਾਮਪਲ ਦੇਤੀ। ਤਾਂ ਕਹਿਣ ਤੋਂ ਭਾਵ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਅਤੇ ਸਪਸ਼ਟ ਰੂਪ ਦੇ ਵਿੱਚ ਲਿਖਣ ਲਈ, ਪੜ੍ਹਨ ਦੇ ਲਈ, ਸਮਝਣ ਦੇ ਲਈ ਤਾਂ ਕੁਝ ਨਿਯਮ ਹੁੰਦੇ ਆ। ਠੀਕ ਆ, ਤਾਂ ਹੁਣ ਦੇਖੋ, ਕਿਸੇ ਭਾਸ਼ਾ ਨੂੰ ਸਮਝਣ, ਪੜ੍ਹਨ, ਲਿਖਣ ਲਈ ਬਣਾਏ ਨਿਯਮ। ਇੱਥੇ ਲਿਖਣਾ ਰਹਿ ਗਿਆ ਸੀ ਸ਼ੁੱਧ ਅਤੇ ਸਪਸ਼ਟ। ਸ਼ੁੱਧ ਅਤੇ ਸਪਸ਼ਟ ਰੂਪ ਦੇ ਵਿੱਚ ਕਿਸੇ ਭਾਸ਼ਾ ਨੂੰ ਸਮਝਣਾ ਹੋਵੇ, ਪੜ੍ਹਨਾ ਹੋਵੇ, ਲਿਖਣਾ ਹੋਵੇ, ਉਹਦੇ ਲਈ ਬਣਾਏ ਨਿਯਮਾਂ ਨੂੰ ਕਿਹਾ ਜਾਂਦਾ ਵਿਆਕਰਨ। ਹਰ ਭਾਸ਼ਾ ਦੀ ਆਪਣੀ ਵੱਖਰੀ ਅਤੇ ਨਿਵੇਕਲੀ ਵਿਆਕਰਨ ਹੁੰਦੀ ਆ। ਇਹ ਗੱਲ ਇੱਥੇ ਬੜੀ ਧਿਆਨਯੋਗ ਆ। ਤਾਂ ਇਹੀ ਨਿਯਮਾਂ ਦਾ ਜਿਹੜਾ ਸਮੂਹ ਹੁੰਦਾ ਇਸੇ ਨੂੰ ਕਿਹਾ ਜਾਂਦਾ ਵਿਆਕਰਨ। ਹੁਣ ਇਹ ਵੀ ਤੁਸੀਂ ਗੱਲ ਧਿਆਨ 'ਚ ਰੱਖਣੀ ਆ, ਵਿਆਕਰਨ ਦੇ ਨਿਯਮ ਕੋਈ ਲਹਿਦਾ ਬਾਹਰ ਤੋਂ ਨਹੀਂ ਬਣਾਏ ਜਾਂਦੇ, ਉਹ ਭਾਸ਼ਾ ਦੇ ਵਿੱਚੋਂ ਹੀ ਪਛਾਣੇ ਜਾਂਦੇ ਆ। ਇੱਕ ਗੱਲ ਇੱਥੇ ਧਿਆਨ ਦਿਓ। ਠੀਕ ਆ, ਜਿਹੜੇ ਇਹ ਨਿਯਮ ਨੇ, ਇਹ ਨਿਯਮ ਭਾਸ਼ਾ ਵਿੱਚੋਂ ਹੀ ਪਛਾਣੇ ਜਾਂਦੇ ਹਨ। ਓਕੇ, ਬਾਹਰ ਤੋਂ ਨਹੀਂ ਲਏ ਜਾਂਦੇ, ਬਲਕਿ ਕੀ ਆ, ਭਾਸ਼ਾ ਦੇ ਵਿੱਚੋਂ ਹੀ ਪਛਾਣੇ ਜਾਂਦੇ ਆ।
ਤਾਂ ਬਾਕੀ ਹੁਣ ਇਹ ਤਾਂ ਹੁਣ ਤੁਹਾਨੂੰ ਮੈਂ ਇਹਦਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵਿਆਕਰਨ ਕੀ ਆ, ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਵਿਆਕਰਨ ਦਾ ਸੰਬੰਧ ਕਿਸੇ ਭਾਸ਼ਾ ਦੇ ਨਾਲ ਹੁੰਦਾ। ਕਿਸੇ ਭਾਸ਼ਾ ਨੂੰ ਸ਼ੁੱਧ ਤੇ ਸਪਸ਼ਟ ਰੂਪ ਦੇ ਵਿੱਚ ਲਿਖਣਾ ਹੋਵੇ, ਪੜ੍ਹਨਾ ਹੋਵੇ, ਸਮਝਣਾ ਹੋਵੇ, ਤਾਂ ਉਹਦੇ ਲਈ ਕੁਝ ਨਿਯਮ ਬਣਾਤੇ ਵਿਦਵਾਨਾਂ ਨੇ। ਤਾਂ ਉਹ ਨਿਯਮ ਨੇ ਜਿਹੜੇ ਉਹਨਾਂ ਦੇ ਇਕੱਠ ਨੂੰ, ਸਮੂਹ ਨੂੰ, ਸੰਗ੍ਰਹਿ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਗ੍ਰਾਮਰ ਕਹਿ ਦਿੰਦੇ ਹਾਂ, ਵਿਆਕਰਨ ਕਹਿ ਦਿੰਦੇ ਹਾਂ। ਹਰੇਕ ਭਾਸ਼ਾ ਦੀ ਆਪਣੀ ਨਿਵੇਕਲੀ ਅਤੇ ਇੱਕ ਵੱਖਰੀ ਗ੍ਰਾਮਰ ਹੁੰਦੀ ਆ, ਵਿਆਕਰਨ ਹੁੰਦੀ ਆ। ਤਾਂ ਇਹ ਗੱਲ ਧਿਆਨਯੋਗ ਆ ਵੀ ਇਹ ਬਾਹਰ ਤੋਂ ਨਹੀਂ ਲਈ ਜਾਂਦੀ। ਇਹ ਜਿਹੜੇ ਨਿਯਮ ਰੱਖੇ ਜਾਂਦੇ ਆ, ਨਿਯਮ ਪਹਿਚਾਣੇ ਜਾਂਦੇ ਆ, ਨਿਯਮ ਲਿਖੇ ਜਾਂਦੇ ਆ, ਇਹ ਉਹ ਭਾਸ਼ਾ ਦੇ ਵਿੱਚੋਂ ਹੀ ਪਛਾਣੇ ਜਾਂਦੇ ਆ। ਤਾਂ ਇਹ ਇੱਥੋਂ ਤੱਕ ਗੱਲ ਤੁਹਾਨੂੰ ਉਮੀਦ ਕਰਦਾ ਵੀ ਕਲੀਅਰ ਹੋ ਗਈ ਹੋਊਗੀ। ਓਕੇ, ਤਾਂ ਹੁਣ ਆਪਾਂ ਦੇਖਦੇ ਹਾਂ ਵੀ ਪੰਜਾਬੀ ਭਾਸ਼ਾ ਦੀ ਵੀ ਆਪਣੀ ਇੱਕ ਕੀ ਆ, ਵਿਆਕਰਨ ਇੱਕ ਵੱਖਰੀ ਪੰਜਾਬੀ ਦੀ ਆ। ਤਾਂ ਹੁਣ ਦੇਖੋ, ਜੇ ਤਾਂ ਆਪਾਂ ਗੱਲ ਕਰੀਏ ਇਹਦੇ ਵਿਆਕਰਨ ਦੀ, ਠੀਕ ਆ, ਪੰਜਾਬੀ ਦੀ ਵਿਆਕਰਨ, ਜਦੋਂ ਮੈਂ ਪੰਜਾਬੀ ਦੀ ਗੱਲ ਕਰਦਾ ਉਹਦੀ ਨਾਲ ਦੀ ਨਾਲ ਤੁਸੀਂ ਆਪਦੇ ਮੱਥੇ 'ਚ ਕਰਾਇਆ ਕਰੋ ਜਲ ਨੂੰ ਯਾਦ ਵੀ ਪੰਜਾਬੀ ਦੀ ਲਿਪੀ ਕਿਹੜੀ ਆ, ਗੁਰਮੁਖੀ। ਤਾਂ ਤੁਹਾਨੂੰ ਉਹਦੀ ਫਿਰ ਇਹ ਵੀ ਰਟ ਜੂਗਾ, ਕਦੇ ਭੁੱਲੋਗੇ ਨਹੀਂ ਤੁਸੀਂ। ਤਾਂ ਇਹਦੇ 'ਚ ਜਿਹੜੇ ਮਤਲਬ ਕਿ ਤੱਤ ਹੁੰਦੇ ਆ, ਤੱਤ ਇਹਦੇ 'ਚ ਕਿੰਨੇ ਨੇ, ਮੁੱਖ ਤੌਰ 'ਤੇ 5 ਤੱਤ। ਕਿੰਨੇ ਨੇ? 5। ਜਿਵੇਂ ਕਿ ਸਭ ਤੋਂ ਪਹਿਲਾਂ ਹੁੰਦਾ ਮੂਲ ਸ਼ਬਦ। ਇਹਦਾ ਇੱਕ ਬੇਸਿਕ ਗੱਲਾਂ ਨੇ, ਜਿਨ੍ਹਾਂ ਨੂੰ ਇਹ ਪਤਾ ਨੇ ਉਹ ਇਹ ਨਾ ਕਹਿਣ ਵੀ ਹਾਂ ਕਿਤੇ ਮਤਲਬ ਕਿ ਬਾਹਲੀ ਨੀਚੇ ਦੇ ਲੈਵਲ ਦਾ ਚੱਲ ਰਿਹਾ ਕੰਮ, ਕਿਉਂਕਿ ਕਈ ਬੱਚੇ ਬਿਲਕੁਲ ਨਵੇਂ ਹੁੰਦੇ ਆ, ਫਰੈਸ਼ ਹੁੰਦੇ ਆ, ਜਾਂ ਫਿਰ ਉਹਨਾਂ ਨੇ ਗ੍ਰਾਮਰ 8ਵੀਂ ਤੱਕ ਪੜ੍ਹੀ ਹੁੰਦੀ ਆ, ਮਤਲਬ ਕਿ ਇੰਨੀ ਬੇਸਿਕ ਜੀ ਤਾਂ 6ਵੀਂ 7ਵੀਂ 8ਵੀਂ ਦੀ। ਤਾਂ ਫਿਰ ਉਦੋਂ ਹੁਣ ਉਹਨਾਂ ਦੇ ਲਈ ਇਹ ਚੀਜ਼ਾਂ ਭੁੱਲ ਜਾਂਦੇ ਆ, ਤਾਂ ਉਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਚੱਲਣਾ। ਤਾਂ ਮੂਲ ਸ਼ਬਦ, ਫਿਰ ਉਹ ਤੋਂ ਬਣਦਾ ਇੱਕ ਸ਼ਬਦ, ਫਿਰ ਬਣਦੇ ਆ ਵਾਕੰਸ਼, ਫਿਰ ਇਹ ਤੋਂ ਬਾਅਦ ਬਣਦੇ ਨੇ ਉਪਵਾਕ, ਫਿਰ ਬਣਦਾ ਇੱਕ ਵਾਕ। ਦੇਖੋ 1 2 3 4 ਔਰ ਲਾਸਟ 5। ਕਲੀਅਰ? ਤਾਂ ਇਹਦੇ ਕਿੰਨੇ ਤੱਤ ਨੇ? 5 ਤੱਤ ਨੇ। ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਵਿਆਕਰਨ ਦੇ ਭਾਗ, ਜਾਣੀ ਕਿ ਪਾਰਟਸ ਆਫ ਗ੍ਰਾਮਰ। ਤਾਂ ਇੱਥੇ ਮੈਂ ਹੈਡਿੰਗ ਪਾ ਰਿਹਾ ਵਿਆਕਰਨ ਦੇ ਭਾਗ। ਦੇਖੋ, ਕਰਨ ਨੂੰ ਇਸੇ ਟੌਪਿਕ ਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਬੋਲ ਕੇ, ਤਾਂ ਇੱਕ ਟੌਪਿਕ ਦੇ ਉੱਤੇ ਆਪਾਂ ਕਿੰਨਾ ਟਾਈਮ ਲੈ ਸਕਦੇ ਹਾਂ। ਪਰ ਤੁਹਾਡੇ ਐਗਜ਼ਾਮ ਓਰੀਐਂਟਡ ਜਿੰਨੀ ਚੀਜ਼ ਆ ਉਨੀ ਮੈਂ ਤੁਹਾਨੂੰ ਕਰਵਾਊਂਗਾ ਵੀ ਤੁਹਾਡਾ ਕੁਛ ਰਹੇ ਨਾ। ਤਾਂ ਦੇਖੋ, ਜੇ ਇਹਦੇ ਆਪਾਂ ਅੰਗ ਕਹਿ ਲਓ, ਚਾਹੇ ਤੁਸੀਂ ਕਹਿ ਲਓ ਭਾਗ, ਜਾਂ ਫਿਰ ਕਹਿ ਲਓ ਇਹਦੇ ਪਾਰਟਸ। ਡਨ? ਤਾਂ ਇਹ ਕਿੰਨੇ ਨੇ? ਇਹ ਹੈਗੇ ਨੇ 3, ਯਾਨੀ ਕਿ 3। ਓਕੇ, ਤਾਂ ਹੁਣ ਦੇਖੋ ਤੁਹਾਡੇ ਮਨ 'ਚ ਆਊਗਾ ਵੀ 3 ਤਾਂ ਹੈਗੇ ਨੇ, ਅਤੇ ਤਿੰਨੋਂ ਕਿਹੜੇ ਨੇ। ਦੇਖੋ, ਸਭ ਤੋਂ ਪਹਿਲਾਂ ਵਰਨ ਬੋਧ, ਫਿਰ ਦੂਸਰੇ ਨੰਬਰ 'ਤੇ ਆਉਂਦਾ ਵਰਨ ਬੋਧ ਤੋਂ ਬਾਅਦ ਸ਼ਬਦ ਬੋਧ, ਫਿਰ ਤੀਸਰੇ ਨੰਬਰ 'ਤੇ ਆਉਂਦਾ ਵਾਕ ਬੋਧ। ਤਾਂ ਆਹ ਇੰਨੀ ਕੁ ਚੀਜ਼ ਆ, ਤੁਸੀਂ ਇਹ ਬਹੁਤ MCQ ਦੇ ਵਿੱਚ ਪੁੱਛੀ ਜਾਂਦੀ ਆ, ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਆ? ਤਾਂ ਇਹਦੇ ਵੀ ਕਿੰਨੇ ਅੰਗ ਨੇ ਜਾਂ ਭਾਗ ਨੇ? ਉਹ ਹੈਗੇ ਨੇ 3। ਤਾਂ ਹੁਣ ਸਾਰਿਆਂ ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਜਿੰਨੀ ਕੁ ਚਾਹੀਦੀ ਆ ਤੁਹਾਨੂੰ ਉਨੀ ਮੈਂ ਤੁਹਾਡੇ ਲਈ ਰੱਖ ਰਿਹਾ ਇੱਥੇ। ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਰਨ ਬੋਧ ਦੀ। ਹੁਣ ਦੇਖੋ, ਇਹਦੇ 'ਚ ਇੱਕ ਹੈਗਾ ਬੋਧ, ਇੱਕ ਹੈਗਾ ਵਰਨ। ਤਾਂ ਵਰਨ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਆ, ਕੋਈ ਅੱਖਰ ਜਾਂ ਧੁਨੀ ਹੁੰਦੀ ਆ। ਬੋਧ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਗਿਆਨ ਹੋਣਾ। ਓਕੇ, ਤਾਂ ਹੁਣ ਇਹ ਤੋਂ ਕੀ ਬਣ ਗਿਆ? ਅੱਖਰਾਂ ਦੀ ਜਾਣਕਾਰੀ। ਤਾਂ ਮਤਲਬ ਇੱਥੇ 2 ਸ਼ਬਦ ਨੇ, 2 ਸ਼ਬਦਾਂ ਤੋਂ ਮਿਲ ਕੇ ਬਣਿਆ। ਤਾਂ ਇੱਥੇ ਜਿਹੜਾ ਵਰਨ ਆ ਇਹਦਾ ਮਤਲਬ ਕੀ ਹੁੰਦਾ? ਕੋਈ ਅੱਖਰ। ਅਤੇ ਬੋਧ ਸਾਰਿਆਂ 'ਚ ਹੀ ਆ। ਬੋਧ ਦਾ ਮਤਲਬ ਤਾਂ ਸਭ ਦੇ ਵਿੱਚ ਹੀ ਕੀ ਆ? ਗਿਆਨ। ਤਾਂ ਇਹਨਾਂ ਦੋਨਾਂ ਨੂੰ ਜੇ ਆਪਾਂ ਮਿਲਾ ਦਈਏ ਤਾਂ ਇਹ ਬਣ ਗਿਆ ਅੱਖਰਾਂ ਦਾ ਗਿਆਨ। ਅੱਖਰਾਂ ਦਾ ਗਿਆਨ ਜਾਂ ਫਿਰ ਅੱਖਰਾਂ ਦੀ ਜਾਣਕਾਰੀ। ਤਾਂ ਇਹ ਤਾਂ ਚੀਜ਼ ਹੋ ਗਈ ਆਪਣੀ ਵਰਨ ਬੋਧ ਦੀ। ਤਾਂ ਹੁਣ ਇਹ ਤੁਹਾਨੂੰ ਇੰਨਾ ਕੁ ਕਲੀਅਰ ਹੋ ਗਿਆ। ਮਤਲਬ ਵਿਆਕਰਨ ਦੇ ਜਿਹੜੇ ਭਾਗ ਦੇ ਵਿੱਚ ਵਰਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਆ ਉਹਨੂੰ ਅਸੀਂ ਕੀ ਕਹਿੰਦੇ ਹਾਂ? ਵਰਨ ਬੋਧ ਕਹਿੰਦੇ ਹਾਂ। ਤਾਂ ਹੁਣ ਇਹਦੇ 'ਚ ਕਿਵੇਂ ਇਹਨਾਂ ਦੀ ਵੰਡ ਕੀਤੀ ਜਾਂਦੀ ਆ, ਆਪਾਂ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣ ਪਾਉਂਦੇ ਹਾਂ। ਚਲੋ, ਇੱਥੇ ਆਪਾਂ ਇੱਕ ਹੈਡਿੰਗ ਬਣਾਈ ਲੈਂਦੇ ਹਾਂ ਇਹਦਾ, ਵਰਨ ਬੋਧ। ਕਲੀਅਰ ਆ ਬਈ? ਤਾਂ ਹੁਣ ਦੇਖੋ, ਸਭ ਤੋਂ ਪਹਿਲਾਂ ਹੁੰਦੀ ਆ ਵਰਨਮਾਲਾ। ਕੀ ਹੁੰਦੀ ਆ? ਵਰਨਮਾਲਾ, ਜਿਹਨੂੰ ਆਪਾਂ ਕਹਿੰਦੇ ਹਾਂ ਊੜਾ ਆੜਾ ਜਾਂ ਊੜਾ ਐੜਾ ਕਹਿੰਦੇ ਹੋ। ਤਾਂ ਇਹ ਹੁੰਦੀ ਆ, ਇਹਦੇ 'ਚ ਆਪਣਾ ਊੜੇ ਤੋਂ ਲੈ ਕੇ ਜਿੰਨੇ ਇਹ ਚੱਲਦੇ ਨੇ ਸਾਰੇ, ਇਹਨੂੰ ਆਪਾਂ ਸਾਰੀ ਨੂੰ ਕੀ ਕਹਿੰਦੇ ਆ? ਵਰਨਮਾਲਾ। ਕਲੀਅਰ ਆ?
ਜੇ ਤੁਹਾਨੂੰ ਕੋਈ ਪੁੱਛੇ ਵਰਨਮਾਲਾ ਕੀ ਆ, ਜਿਵੇਂ ਇੰਗਲਿਸ਼ ਦੇ ਵਿੱਚ ABC ਹੁੰਦੀ ਆ, ਐਵੇਂ ਪੰਜਾਬੀ ਦੇ ਵਿੱਚ ਆਪਣਾ ਊੜਾ ੜੀ, ਊੜਾ ਅੜਾ ਈੜੀ, ਸੱਸਾ ਹਾਹਾ ਕੱਕਾ ਖੱਖਾ, ਇਹ ਸਾਰਾ ਆਪਣਾ ਕੀ ਹੁੰਦਾ ਵਰਨਮਾਲਾ ਦੇ ਵਿੱਚ ਆ ਜਾਂਦਾ। ਵਰਨਮਾਲਾ ਤਾਂ ਤੁਹਾਨੂੰ ਹੋ ਗਈ ਹੁਣ ਕਲੀਅਰ। ਫਿਰ ਇਹ ਤੋਂ ਬਾਅਦ ਹੁੰਦੀ ਆ ਵਰਨ ਵੰਡ। ਤਾਂ ਹੁਣ ਤੁਸੀਂ ਦੇਖਿਆ ਹੋਊ ਵੀ ਇਹਨੂੰ ਆਪਾਂ ਅੱਡ ਅੱਡ ਡਿਵਾਈਡ ਕਰ ਦਿੰਦੇ ਹਾਂ। ਜਿਵੇਂ ਕਿ ਇੱਕ ਤਾਂ ਇਹਦੇ 'ਚ ਹੁੰਦੇ ਨੇ ਸਵਰ, ਇੱਕ ਇਹਦੇ 'ਚ ਹੁੰਦੇ ਨੇ ਵਿਅੰਜਨ। ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸਿਓ, ਓਕੇ, ਇਹ ਕਮੈਂਟ ਕਰਕੇ ਦੱਸਣਾ ਤੁਸੀਂ ਵੀ ਇਹਦੇ 'ਚੋਂ ਆਪਣੇ ਸਵਰ ਕਿਹੜੇ ਨੇ ਅਤੇ ਵਿਅੰਜਨ ਕਿਹੜੇ ਨੇ ਅਤੇ ਇਹਨਾਂ ਦੀ ਗਿਣਤੀ ਕਿੰਨੀ ਕਿੰਨੀ ਆ। ਮਤਲਬ ਇਹ ਸਾਰਾ ਕੁਛ ਵਰਨਬੋਧ ਦੇ ਵਿੱਚ ਆਉਂਦਾ। ਵਰਨਬੋਧ ਦੇ ਵਿੱਚ ਵਰਨਮਾਲਾ, ਇਹਦੇ 'ਚ ਹੀ ਆਉਂਦੀ ਆ ਵਰਨ ਵੰਡ। ਤਾਂ ਜਿਹੜਾ ਆਪਾਂ ਹੁਣ ਕਰ ਰਹੇ ਹਾਂ ਤਾਂ ਇਹ ਵੀ ਇਸ ਦੇ ਵਿੱਚ ਹੀ ਆਉਂਦਾ, ਲਗਾਂ ਮਾਤਰਾ। ਲਗਾਂ ਮਾਤਰਾ ਵੀ ਇਹਦੇ 'ਚ ਆਉਂਦੀਆਂ ਨੇ, ਜਿਵੇਂ ਕਿ ਕਿਹੜੀਆਂ ਕਿਹੜੀਆਂ ਨੇ, ਜਾਣੀ ਕਿ ਕੰਨਾ, ਇੱਕ ਹੁੰਦੀ ਆ ਮੁਕਤਾ, ਮਤਲਬ ਕਿ ਖਾਲੀ ਹੁੰਦੀ ਆ, ਅਤੇ ਫਿਰ ਕੰਨਾ, ਸਿਹਾਰੀ, ਤਾਂ ਨਾਲ ਹੀ ਇਹਦੇ ਲਾ ਲੈਂਦੇ ਫਿਰ ਬਿਹਾਰੀ, ਓਕੇ। ਸਿਹਾਰੀ ਹੋ ਗਈ, ਬਿਹਾਰੀ ਹੋ ਗਈ, ਇੱਕ ਹੋ ਗਿਆ ਔਂਕੜ, ਅਤੇ ਨਾਲ ਹੀ ਇਹਦੇ ਹੋ ਗਿਆ ਦੁਲੈਂਕੜ। ਤਾਂ ਇਹ ਵੀ ਹੋ ਗਏ। ਫਿਰ ਆਪਣਾ ਹੋ ਗਿਆ ਲਾਂ, ਜਾਣੀ ਕਿ ਉੱਪਰ ਜਿਹੜੀ ਹੁੰਦੀ ਆ ਇੱਕ, ਫਿਰ ਇਹਦੇ ਨਾਲ ਹੀ ਹੋ ਗਈ ਦੁਲਾਵਾਂ, ਉਹ ਮਤਲਬ ਕਿ ਉੱਪਰ ਆ ਗਈਆਂ ਦੋ ਵਾਲੀਆਂ, ਮਤਲਬ ਕਿ ਆ ਦੋ, ਓਕੇ। ਤਾਂ ਇਹ ਹੋ ਗਈਆਂ। ਇੱਕ ਹੋ ਗਿਆ ਆਪਣਾ ਕਿਹੜੇ ਕਿਹੜੇ ਰਹਿ ਗਏ, ਇੱਕ ਰਹਿ ਗਿਆ ਹੋੜਾ, ਇੱਕ ਰਹਿ ਗਿਆ ਹੋੜੇ ਦੇ ਨਾਲ ਹੀ ਫਿਰ ਕਨੌੜਾ। 1 2 3 4 5 6 7 8 9 10, ਠੀਕ ਆ। ਕਿੰਨੀਆਂ ਨੇ? 10 ਨੇ। ਤੁਸੀਂ ਗਿਣ ਲਿਓ ਇਹਨਾਂ ਨੂੰ ਬਾਅਦ ਦੇ ਵਿੱਚ, ਓਕੇ। ਇਸ ਤੋਂ ਬਾਅਦ ਹੁੰਦੇ ਨੇ ਫਿਰ ਲਗਾਖਰ। ਹੁਣ ਲਗਾਖਰ ਕਿਹੜੇ ਕਿਹੜੇ ਹੁੰਦੇ ਆ, ਇਹਦਾ ਬਸ ਗਿਣਤੀ ਦੇ 3 ਨੇ, ਬਿੰਦੀ, ਟਿੱਪੀ, ਅਦਕ, ਓਕੇ। ਤਾਂ ਇਹ ਹੁਣ ਆਪਾਂ ਗੱਲ ਕਰੀ ਆ ਵਰਨ ਬੋਧ ਦੀ। ਤਾਂ ਉਮੀਦ ਕਰਦਾ ਵੀ ਤੁਹਾਨੂੰ ਵਰਨ ਬੋਧ ਕਲੀਅਰ ਹੋ ਗਿਆ ਹੋਊਗਾ। ਜਿੰਨੀ ਵਰਨਮਾਲਾ, ਇਹ ਸਾਰੀ ਨੂੰ ਵਰਨਮਾਲਾ ਕਹਿੰਦੇ ਆਪਾਂ, ਇਹ ਵੀ ਵਰਨ ਬੋਧ ਦੇ ਵਿੱਚ ਆਉਂਦੀ ਆ, ਮਤਲਬ ਕਿ ਸਾਨੂੰ ਵਰਨਾਂ ਦਾ ਗਿਆਨ ਕਰਾਉਂਦੀ ਆ। ਫਿਰ ਇਹਦੇ 'ਚ ਆਪਾਂ ਕਰਦੇ ਹਾਂ ਵਰਨ ਵੰਡ। ਇਹਦੇ 'ਚ ਸਵਰ ਹੁੰਦੇ ਆ, ਵਿਅੰਜਨ ਹੁੰਦੇ ਆ। ਇਹ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਆਪਣੇ ਸਵਰ ਕਿੰਨੇ ਨੇ, ਵਿਅੰਜਨ ਕਿੰਨੇ ਨੇ। ਤਾਂ ਫਿਰ ਜਿਹੜੀਆਂ ਲਗਾ ਮਾਤਰਾ ਨੇ, ਲਗਾ ਮਾਤਰਾ ਕਿੰਨੀਆਂ ਨੇ ਗਿਣਤੀ ਦੇ ਵਿੱਚ? 10 ਨੇ। ਮੁਕਤਾ ਜਦ ਕਿ ਕੋਈ ਵੀ ਨਹੀਂ ਹੁੰਦੀ, ਜਿਵੇਂ ਕਿ ਮੈਂ ਕਹਾਂ ਕੱਕਰਾ ਰੱਕਰ, ਇਹਦੇ 'ਚ ਕੁਛ ਨਹੀਂ ਹੈਗਾ, ਤਾਂ ਇਹ ਮੁਕਤਾ ਗਾ। ਕੰਨਾ ਲਾਤਾ, ਕੱਕੇ ਨੂੰ ਕੰਨਾ ਰਾਰਾ ਕਾਰ, ਤਾਂ ਇਹਦੇ 'ਚ ਕੰਨਾ ਆ ਗਿਆ। ਐਮੀ, ਸਿਹਾਰੀ, ਬਿਹਾਰੀ, ਲਾਂ ਦਲਾਂ, ਸਾਰੀਆਂ ਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਯਾਦ ਕਰਿਆ ਕਰੋ। ਜਿਵੇਂ ਮੁਕਤਾ, ਮੁਕਤੇ ਤੋਂ ਬਾਅਦ ਨਾਲ ਕੀ ਕੰਨਾ ਲੱਗ ਸਕਦਾ? ਮੁਕਤਾ ਕੰਨਾ, ਸਿਹਾਰੀ ਬਿਹਾਰੀ, ਔਂਕੜ ਦਲੈਂਕੜ, ਲਾਂ ਦਲਾਂ, ਹੋੜਾ ਕਨੌੜਾ, ਹੋ ਗਏ ਨਾ। ਤਾਂ ਐਵੇਂ ਤੁਸੀਂ ਕਰੋਗੇ ਤਾਂ ਈਜ਼ਲੀ ਯਾਦ ਹੋ ਜਾਂਦੇ ਆ। ਤਾਂ ਲਗਾਖਰ ਕਿੰਨੇ ਨੇ? ਜਿਹੜੇ ਅੱਖਰਾਂ ਦੇ ਉੱਤੇ ਹੀ ਆ ਜਾਂਦੇ ਆ, ਜਿਵੇਂ ਬਿੰਦੀ ਹੋ ਗਈ, ਟਿੱਪੀ ਹੋ ਗਈ, ਅਦਕ ਹੋ ਗਿਆ, ਤਾਂ ਇਹ ਤਿੰਨੋਂ ਚੀਜ਼ਾਂ ਕੀ ਨੇ? ਲਗਾਖਰ ਨੇ। ਉਮੀਦ ਕਰਦਾ ਵੀ ਤੁਹਾਨੂੰ ਵਰਨਬੋਧ ਕਲੀਅਰ ਹੋ ਗਿਆ ਹੋਊਗਾ ਅਤੇ ਤੁਸੀਂ ਨੋਟ ਕਰ ਲਿਆ ਹੋਊਗਾ। ਇਸ ਤੋਂ ਬਾਅਦ ਹੁਣ ਆਪਾਂ ਦੂਸਰੀ ਗੱਲ ਕਰਨੀ ਆ ਸ਼ਬਦ ਬੋਧ ਦੀ। ਹੁਣ ਇੱਥੇ ਵੀ ਉਹੀ ਗੱਲ ਆ, ਬੋਧ ਦਾ ਮਤਲਬ ਤਾਂ ਸਾਰਿਆਂ ਦੇ ਵਿੱਚ ਕੀ ਚੱਲੂਗਾ? ਜਾਣਕਾਰੀ। ਤਾਂ ਹੁਣ ਸ਼ਬਦ ਆਪਣਾ ਕੀ ਆ? ਵਿਆਕਰਨ ਦਾ ਉਹ ਭਾਗ ਜਿਹਦੇ ਵਿੱਚ ਸ਼ਬਦਾਂ ਬਾਰੇ ਜਾਣਕਾਰੀ ਹੋਵੇ। ਕੀ ਆ? ਉਹ ਭਾਗ ਜਿਸ ਵਿੱਚ ਸ਼ਬਦਾਂ ਬਾਰੇ ਜਾਣਕਾਰੀ ਹੋਵੇ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਸ਼ਬਦ ਬੋਧ ਕਹਿੰਦੇ ਹਾਂ। ਤਾਂ ਹੁਣ ਇਹਦੇ 'ਚ ਕੀ ਕੀ ਚੀਜ਼ਾਂ ਆ ਜਾਂਦੀਆਂ ਨੇ? ਇਹਦੇ 'ਚ ਆਪਾਂ ਇੱਕ ਤਾਂ ਸ਼ਬਦ ਦੀ ਰੱਖਦੇ ਹਾਂ ਬਣਤਰ, ਹੋਰ ਸ਼ਬਦ ਮਤਲਬ ਕਿ ਸ਼ਬਦ ਇਹਨਾਂ ਸਾਰਿਆਂ ਦੇ ਅੱਗੇ ਲੱਗਦਾ ਰਚਨਾ, ਸ਼੍ਰੇਣੀਆਂ, ਰੂਪਾਂਤਰਣ, ਅਰਥ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਕਾਹਦੇ 'ਚ ਰੱਖਦੇ ਹਾਂ? ਪਦ ਵੰਡ ਵਗੈਰਾ ਸ਼ਬਦ ਬੋਧ ਦੇ ਵਿੱਚ। ਤਾਂ ਹੁਣ ਮੈਂ ਇੱਥੇ ਇਕੱਲੀ ਇਕੱਲੀ ਨਹੀਂ ਲਿਖਦਾ, ਮੈਂ ਤੁਹਾਨੂੰ ਹੁਣ ਇਹਨਾਂ ਦੇ ਬਾਰੇ ਥੋੜ੍ਹਾ ਥੋੜ੍ਹਾ ਦੱਸ ਦੇਣਾ। ਹੁਣ ਦੇਖੋ ਸ਼ਬਦ ਜੋੜ, ਜੇ ਆਪਾਂ ਗੱਲ ਕਰੀਏ ਵੀ ਸ਼ਬਦ ਜੋੜ, ਸ਼ਬਦ ਜੋੜ ਦੇ ਵਿੱਚ ਕੀ ਹੁੰਦਾ? ਜਿਵੇਂ ਕਿ ਮੈਂ ਇੱਥੇ ਕਹਾਂ ਕੱਕਾ, ਕੱਕੇ ਨੂੰ ਕੰਨਾ ਰਾਰਾ ਕਾਰ, ਤਾਂ ਇਹ ਕੀ ਹੈ? ਕੱਕਾ ਪਲੱਸ ਕੰਨਾ ਅਤੇ ਰਾਰਾ, ਠੀਕ ਆ। ਤਾਂ ਇਹ ਸ਼ਬਦ ਜੁੜ ਗਏ, ਇਹਨੂੰ ਕਿਹਾ ਜਾਂਦਾ ਸ਼ਬਦ ਜੋੜ। ਤਾਂ ਇਹ ਤੁਹਾਨੂੰ ਕਲੀਅਰ ਆ।
ਫਿਰ ਇਹ ਤੋਂ ਬਾਅਦ 'ਚ ਹੁਣ ਦੇਖਦੇ ਆਪਾਂ ਸ਼ਬਦ ਰਚਨਾ। ਇਸੇ 'ਚ ਹੀ ਆਉਂਦੀ ਆ ਸ਼ਬਦ ਰਚਨਾ। ਤਾਂ ਹੁਣ ਸ਼ਬਦ ਰਚਨਾ ਦੇ ਵਿੱਚ ਕੀ ਹੁੰਦਾ, ਜਿਵੇਂ ਇਹਦੇ 'ਚ ਹੁੰਦੇ ਨੇ ਸਮਾਸੀ ਸ਼ਬਦ ਔਰ ਉਤਪੰਨ ਸ਼ਬਦ, ਠੀਕ ਆ। ਅਤੇ ਆ ਤੁਸੀਂ ਬਿੰਦੀਆਂ ਟਿੱਪੀਆਂ 'ਤੇ ਇੰਨਾ ਧਿਆਨ ਨਾ ਦਿਓ, ਮੈਂ ਮਤਲਬ ਕਿ ਕਈ ਥਾਵੇਂ ਤਾਂ ਭੁੱਲ ਵੀ ਜਾਂਦਾ, ਤਾਂ ਸ਼ਬਦ ਦੇ ਵਿੱਚ ਬਿੰਦੀ ਲੱਗਦੀ ਆ, ਯਾਦ ਰੱਖਿਓ ਪਹਿਲਾਂ ਹੀ। ਅਤੇ ਕਿਤੇ ਬਾਅਦ ਦੇ ਵਿੱਚ ਕਹੂੰ ਵੀ ਤੁਸੀਂ ਉੱਥੇ ਸ਼ਬਦ ਲਿਖਿਆ ਸੀ, ਸ਼ਬਦ ਦੇ ਵਿੱਚ ਬਿੰਦੀ ਨਹੀਂ ਪਾਈ, ਤਾਂ ਕਈ ਵਾਰ ਟੱਚ ਕਰਦੇ ਵੀ ਆ ਉੱਥੇ, ਬਟ ਟੱਚ ਨਹੀਂ ਹੁੰਦਾ, ਕਈ ਵਾਰ ਹਲਕਾ ਲੱਗ ਜਾਂਦਾ। ਜਿਵੇਂ ਆ ਹੁਣ ਇੱਥੇ ਮੈਂ ਲਾ ਰਿਹਾ ਹਲਕਾ ਬਿਲਕੁਲ, ਤਾਂ ਇੱਥੇ ਹਲਕੀ ਲੱਗ ਰਹੀ ਆ, ਉਹ ਕਈ ਵਾਰ ਲੱਗਦੀ ਵੀ ਨਹੀਂ। ਓਕੇ, ਤਾਂ ਸ਼ਬਦ ਰਚਨਾ ਦੇ ਵਿੱਚ ਕੀ ਆ, ਸਮਾਸੀ ਸ਼ਬਦ ਹੁੰਦੇ ਆ ਔਰ ਉਤਪੰਨ ਸ਼ਬਦ ਹੁੰਦੇ ਆ। ਹੁਣ ਜਿਹੜੇ ਇਹ ਸਮਾਸੀ ਸ਼ਬਦ ਵਾਲੇ ਕਿਹੜੇ ਹੁੰਦੇ ਆ, ਜਿਵੇਂ ਕਿ ਮੈਂ ਕਹਾਂ ਇਹਦੇ 'ਚ ਲਾ ਲਓ ਤੁਸੀਂ ਹਾਰ ਜਿੱਤ, ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ ਹਾਰ ਜਿੱਤ। ਅਤੇ ਹੋਰ ਇਹਦੇ 'ਚ ਮੈਂ ਇੱਕ ਦੂਜੀ ਐਗਜ਼ਾਮਪਲ ਹੋਰ ਐਡ ਕਰਦਾ, ਦਿਨ ਪਲੱਸ ਰਾਤ, ਇਹਨੂੰ ਆਪਾਂ ਲਿਖਾਂਗੇ ਦਿਨ ਰਾਤ, ਸਮਾਸ ਪੈ ਗਿਆ, ਤਾਂ ਇਹਨੂੰ ਕਹਿੰਦੇ ਨੇ ਸਮਾਸੀ ਸ਼ਬਦ। ਓਕੇ, ਹੁਣ ਜਿਹੜੇ ਉਤਪੰਨ ਸ਼ਬਦ ਨੇ, ਉਤਪੰਨ ਸ਼ਬਦ ਦੇ ਵਿੱਚ ਕੀ ਹੁੰਦਾ, ਇਹਦੇ 'ਚ ਆ ਜਾਂਦੇ ਨੇ ਅਗੇਤਰ, ਇਸੇ ਦੇ ਵਿੱਚ ਹੀ ਆ ਜਾਂਦੇ ਨੇ ਪਿਛੇਤਰ। ਹੁਣ ਇੰਨੇ ਤੁਸੀਂ ਬੱਚੇ ਨਹੀਂ ਹੈਗੇ ਵੀ ਤੁਹਾਨੂੰ ਅਗੇਤਰ ਅਤੇ ਪਿਛੇਤਰ ਦਾ ਨਾਂ ਪਤਾ ਹੋਵੇ। ਤਾਂ ਅਗੇਤਰ ਕੀ ਹੁੰਦਾ, ਜਿਹੜੇ ਸ਼ਬਦਾਂ ਦੇ ਅੱਗੇ ਕੁਛ ਲੱਗ ਕੇ ਪਿੱਛੇ ਵਾਲੇ ਸ਼ਬਦ ਮਤਲਬ ਕਿ ਅੱਗੇ ਕੁਛ ਲਾ ਦਿੱਤਾ ਜਾਂਦਾ ਕਿਸੇ ਸ਼ਬਦ ਦੇ, ਤਾਂ ਜਿਵੇਂ ਕਿ ਰਹਿਮ ਸ਼ਬਦ ਆ, ਠੀਕ ਆ, ਇੱਥੇ ਸ਼ਬਦ ਸੀਗਾ ਰਹਿਮ, ਤਾਂ ਇਹਦੇ ਮੂਹਰੇ ਪਲੱਸ ਕਰਤਾ ਬੇ, ਤਾਂ ਇਹ ਕੀ ਬਣ ਗਿਆ ਅੱਗੇ ਬੇ ਰਹਿਮ, ਤਾਂ ਇਹਦਾ ਹੋ ਗਿਆ ਆਪਣੇ ਕੋਲੇ ਅਗੇਤਰ। ਤਾਂ ਪਿਛੇਤਰ ਦੀਆਂ ਵੀ ਅਸੀਂ ਐਗਜ਼ਾਮਪਲਾਂ ਹੁੰਦੀਆਂ ਨੇ, ਉਹਦੇ 'ਚ ਮਤਲਬ ਕਿ ਲਾਸਟ ਦੇ ਉੱਤੇ ਕੋਈ ਨਾ ਕੋਈ ਚੀਜ਼ ਲੱਗ ਜਾਂਦੀ ਆ, ਜਿਵੇਂ ਕਿ ਆਪਾਂ ਲਾਉਣਾ ਹੋਵੇ ਕਾਰ, ਬੇਕਾਰ, ਪੈਰੋਕਾਰ, ਉਪਕਾਰ, ਤਾਂ ਐਵੇਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਕਿ ਅੱਗੇ ਬਾਅਦ ਦੇ ਵਿੱਚ ਅਗੇਤਰ ਪਿਛੇਤਰ ਉਹਨਾਂ ਦੇ ਨਾਲ ਜੋੜੇ ਜਾਂਦੇ ਆ, ਠੀਕ ਆ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਕਾਹਦੇ 'ਚ ਆਉਂਦੇ ਆ, ਉਤਪੰਨ ਸ਼ਬਦ, ਉਤਪੰਨ ਸ਼ਬਦ ਇਹ ਹੁੰਦੇ ਆ ਅਤੇ ਸ਼ਬਦ ਰਚਨਾ ਦੇ ਵਿੱਚ ਆਉਂਦੇ ਆ। ਕਲੀਅਰ ਹੈ ਨਾ। ਹੁਣ ਆਪਾਂ ਇਸੇ ਦੇ ਵਿੱਚ ਹੀ ਗੱਲ ਕਰ ਰਹੇ ਹਾਂ ਹਜੇ, ਇਹ ਤੋਂ ਬਾਅਦ ਇਹਦੇ 'ਚ ਆਉਂਦਾ ਸ਼ਬਦ ਸ਼੍ਰੇਣੀਆਂ। ਇਸੇ ਦੇ ਵਿੱਚ ਹੁੰਦੀਆਂ ਨੇ ਸ਼ਬਦ ਸ਼੍ਰੇਣੀਆਂ। ਹੁਣ ਸ਼ਬਦ ਸ਼੍ਰੇਣੀਆਂ ਉਹੀ ਆ ਜਿਵੇਂ ਕਿ ਪਾਰਟਸ ਆਫ ਸਪੀਚ ਹੁੰਦਾ ਆਪਣਾ, ਜਿਵੇਂ ਕਿ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਫਿਰ ਇਹਨਾਂ ਦੋਨਾਂ ਨੂੰ ਇਕੱਠਾ ਕਰ ਦਿੰਦੇ ਆ, ਕਿਰਿਆ ਅਤੇ ਵਿਸ਼ੇਸ਼ਣ ਨੂੰ, ਸੰਬੰਧਕ, ਯੋਜਕ ਔਰ ਬਿਸਮਿਕ। 1 2 3 4 5 6 1 2 3 4 5 6 7 8, ਠੀਕ ਆ। ਤਾਂ ਸ਼ਬਦ ਸ਼੍ਰੇਣੀਆਂ ਆਪਾਂ ਪਾਰਟਸ ਆਫ ਸਪੀਚ ਪੜ੍ਹਦੇ ਹਾਂ, ਨਾਊਨ ਪ੍ਰਨਾਊਨ ਵਗੈਰਾ, ਤਾਂ ਉਹ ਸਾਰੀਆਂ ਇਹਦੇ 'ਚ ਆ ਜਾਂਦੀਆਂ, ਇਹਨਾਂ ਨੂੰ ਕਹਿੰਦੇ ਆਪਾਂ ਸ਼ਬਦ ਸ਼੍ਰੇਣੀਆਂ। ਤਾਂ ਇਹ ਮੈਂ ਤੁਹਾਨੂੰ ਸ਼ਬਦ ਬੋਧ ਦੇ ਵਿੱਚ ਕਰਵਾ ਰਿਹਾ ਕਿਉਂਕਿ ਇਹਦੇ 'ਚ ਆਉਂਦੀਆਂ ਨੇ, ਮੈਂ ਤੁਹਾਨੂੰ ਅੱਗੇ ਹਜੇ ਐਕਸਪਲੇਨ ਨਹੀਂ ਕਰ ਰਿਹਾ ਇਹਨਾਂ ਨੂੰ, ਇਹ ਵੀ ਕਲੀਅਰ ਆ। ਫਿਰ ਇੱਕ ਹੁੰਦਾ ਸ਼ਬਦ ਰੂਪਾਂਤਰਣ। ਓਕੇ, ਸ਼ਬਦ ਰੂਪਾਂਤਰਣ, ਤਾਂ ਇਹਦੇ 'ਚ ਕੀ ਹੁੰਦਾ, ਜਿਵੇਂ ਕਿ ਨਾਮ ਤੋਂ ਬਣਾਈਏ ਆਪਾਂ ਵਿਸ਼ੇਸ਼ਣ, ਮਤਲਬ ਕਿ ਤਬਦੀਲ ਕਰਨੇ ਨੇ ਅੱਗੇ ਨਾਮ ਤੋਂ ਵਿਸ਼ੇਸ਼ਣ, ਜਿਵੇਂ ਕਿ ਠੰਡ ਆ, ਇਹ ਤੋਂ ਬਣਾ ਤਾ ਠੰਡਾ। ਓਕੇ, ਜਾਂ ਫਿਰ ਨਾਮ ਤੋਂ ਕੋਈ ਕਿਰਿਆ ਬਣਾਉਣੀ ਹੋਵੇ, ਚਮਕਣਾ, ਤਾਂ ਐਵੇਂ ਚੀਜ਼ਾਂ ਹੋ ਗਈਆਂ, ਇਹ ਹੁੰਦਾ ਸ਼ਬਦ ਰੂਪਾਂਤਰਣ ਦੇ ਵਿੱਚ। ਤਾਂ ਫਿਰ ਇਹ ਤੋਂ ਬਾਅਦ ਹੁੰਦਾ ਇਹਨਾਂ ਦੇ ਅਰਥ ਸੰਬੰਧ, ਸ਼ਬਦਾਂ ਦੇ ਅਰਥ ਸੰਬੰਧ, ਵਿਰੋਧੀ ਸ਼ਬਦ, ਸਮਾਨਾਰਥਕ ਸ਼ਬਦ, ਇਹ ਚੀਜ਼ ਆ ਗਈ। ਫਿਰ ਇਹਨਾਂ ਦੀ ਹੁੰਦੀ ਆ ਪਦ ਵੰਡ, ਜਿਵੇਂ ਕਿ ਨਾਮ, ਉਹਦੇ ਪ੍ਰਕਾਰ, ਲਿੰਗ, ਵਚਨ, ਕਾਰਕ, ਕਾਰਕ ਰੂਪ, ਅੱਗੇ ਮਤਲਬ ਕਿ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਪਦ ਵੰਡ। ਫਿਰ ਹੁੰਦੇ ਇਹਦੇ 'ਚ ਬਹੁਆਰਥੀ ਸ਼ਬਦ, ਜਿਵੇਂ ਕਿ ਆਪਾਂ ਕਹਿੰਦਾ ਕਿਸੇ ਨੂੰ ਕਹਿ ਦਈਏ ਵੀ ਉੱਤਰ, ਹੁਣ ਉੱਤਰ ਦਾ ਮਤਲਬ ਕੀ ਸਮਝੂ ਅਗਲਾ, ਦਿਸ਼ਾ ਵੀ ਸਮਝ ਸਕਦਾ, ਉੱਤਰ ਦਾ ਮਤਲਬ ਨੀਚੇ ਉੱਤਰ, ਇਹ ਵੀ ਸਮਝ ਸਕਦਾ, ਜਾਂ ਫਿਰ ਇਸ ਪ੍ਰਸ਼ਨ ਦਾ ਉੱਤਰ ਦੇ, ਤਾਂ ਇਹਦੇ ਉੱਤਰ ਦੀ ਹੁਣ ਤੁਸੀਂ ਕਿੰਨੇ ਮਤਲਬ ਸਮਝ ਸਕਦੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਕਾਹਦੇ 'ਚ ਆਉਂਦੀਆਂ ਨੇ, ਆਪਣੇ ਸ਼ਬਦ ਬੋਧ ਦੇ ਵਿੱਚ ਆ ਜਾਂਦੀਆਂ ਨੇ। ਉਮੀਦ ਕਰਦਾ ਵੀ ਤੁਹਾਨੂੰ ਸ਼ਬਦ ਬੋਧ ਵੀ ਬਾਖੂਬੀ ਕਲੀਅਰ ਹੋ ਗਿਆ ਹੋਊਗਾ, ਸਮਝ ਆ ਗਿਆ ਹੋਊਗਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਵਾਕ ਬੋਧ ਦੀ। ਦੇਖੋ ਇਹ ਹੁਣ ਆਪਣੀ ਇਹਦੇ 'ਚ ਮਤਲਬ ਕਿ ਲਾਸਟ ਆ ਵਾਕ ਬੋਧ, ਤਾਂ ਇਹ ਤੁਹਾਨੂੰ ਪੜ੍ਹਨਾ ਬੱਚੇ ਪੈਣਾ ਹੀ ਆ। ਵਿਆਕਰਨ ਦੇ ਇਹ ਮੇਨ ਨੇ, ਬੇਸ ਹੈ ਇਹਦਾ, ਜਿਹਦੇ 'ਤੇ ਇਹ ਸਾਰੀ ਗ੍ਰਾਮਰ ਤੁਹਾਡੀ ਖੜੀ ਆ। ਤਾਂ ਹੁਣ ਵਾਕ ਬੋਧ ਦੀ ਗੱਲ ਕਰੀਏ,
ਉਹ ਭਾਗ ਜਿਹਦੇ ਵਿੱਚ ਵਾਕ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੋਵੇ। ਮਤਲਬ ਜਿਸ ਵਿੱਚ ਵਾਕ ਬਾਰੇ ਵਿਸਤਾਰ ਕਹਿ ਲਓ, ਵਿਸਥਾਰ ਨਾਲ ਜਾਣਕਾਰੀ ਹੋਵੇ। ਠੀਕ ਆ, ਤਾਂ ਇਹਨੂੰ ਕਿਹਾ ਜਾਂਦਾ ਵਾਕ ਬੋਧ। ਤਾਂ ਹੁਣ ਇਹਦੇ 'ਚ ਕੀ ਹੁੰਦਾ, ਉਦੇਸ਼ ਤੇ ਵਿਧੇय ਪੜ੍ਹਦੇ ਆਪਾਂ, ਉਹ ਇਸੇ ਦੇ ਵਿੱਚ ਹੀ ਹੁੰਦੇ ਆ। ਓਕੇ, ਤਾਂ ਹੁਣ ਇਹਦੇ 'ਚ ਕੀ ਆਪਾਂ ਪੜ੍ਹਨਾ, ਤਾਂ ਉਹਨੂੰ ਤੁਸੀਂ ਦੇਖੋ। ਇਹਦੇ 'ਚ ਪਹਿਲੇ ਹੁੰਦੀ ਆ ਵਾਕ ਬਣਤਰ। ਕਾਹਦਾ ਪਤਾ ਲੱਗਦਾ ਇਹਦੇ 'ਚ? ਪਹਿਲੇ ਨੰਬਰ 'ਤੇ ਪਤਾ ਲੱਗਦਾ ਵਾਕ ਬਣਤਰ। ਤਾਂ ਹੁਣ ਵਾਕ ਬਣਤਰ ਦੇ ਵਿੱਚ ਕੀ ਹੁੰਦਾ, ਜਿਵੇਂ ਆਪਾਂ ਕਹਿ ਲਈਏ ਇੱਕ ਤਾਂ ਹੁੰਦਾ ਸਬਜੈਕਟ ਵਾਲਾ, ਸਬਜੈਕਟ ਆਬਜੈਕਟ ਵਰਬ ਪੜ੍ਹਦੇ ਆ ਨਾ, ਤਾਂ ਕਰਤਾ, ਕਰਮ ਔਰ ਕਿਰਿਆ। ਤਾਂ ਇਹਦੀਆਂ ਐਗਜ਼ਾਮਪਲਾਂ ਤੁਸੀਂ ਤੁਹਾਨੂੰ ਪਤਾ ਹੀ ਨੇ ਬਾਖੂਬੀ। ਤਾਂ ਇਹ ਹੋ ਗਿਆ। ਇਸ ਤੋਂ ਬਾਅਦ ਵਾਕ ਵੰਡ। ਤਾਂ ਹੁਣ ਵਾਕ ਵੰਡ ਦੇ ਵਿੱਚ ਕੀ ਆ, ਜਿਵੇਂ ਕਿ ਬਣਤਰ ਜਾਂ ਕਾਰਜ ਦੇ ਆਧਾਰ 'ਤੇ ਉਹਨੂੰ ਵੰਡਣਾ। ਜਿਵੇਂ ਕਿ ਕਿਹੜਾ ਵਾਕ ਆ ਇਹ, ਆਪਾਂ ਕਹਿੰਦੇ ਹਾਂ ਸਧਾਰਨ ਵਾਕ ਆ, ਇਹ ਸੰਯੁਕਤ ਵਾਕ ਆ, ਫਿਰ ਆਪਾਂ ਕਹਿੰਦੇ ਹਾਂ ਇਹ ਮਿਸ਼ਰਿਤ ਵਾਕ ਆ, ਇਹ ਪ੍ਰਸ਼ਨਵਾਚਕ ਆ, ਜਾਂ ਫਿਰ ਇਹ ਬਿਸਮਿਕ ਆ। ਤਾਂ ਇਹ ਜਦੋਂ ਇਹਨਾਂ ਨੂੰ ਕਰਦੇ ਆ ਉਹਨੂੰ ਕਹਿੰਦੇ ਆਪਾਂ ਵਾਕ ਵੰਡ ਕਹਿੰਦੇ ਆ। ਤਾਂ ਹੁਣ ਇਹਨਾਂ ਦੇ ਬਾਰੇ ਦੇਖੋ। ਅਤੇ ਜਿਹੜਾ ਸਧਾਰਨ ਵਾਕ ਆ, ਸਧਾਰਨ ਵਾਕ ਕਿਹੜਾ ਹੁੰਦਾ, ਜਿਹਦੇ 'ਚ ਇੱਕ ਹੀ ਕਿਰਿਆ ਹੁੰਦੀ ਆ। ਜਿਵੇਂ ਕਿ ਕਹਿ ਦਈਏ ਵੀ ਲੜਕਾ ਖੇਡ ਰਿਹਾ, ਤਾਂ ਇਹਦੇ 'ਚ ਸਧਾਰਨ ਵਾਕ ਹੋ ਗਿਆ। ਸੰਯੁਕਤ ਕੀ ਹੁੰਦਾ, ਜਦੋਂ ਦੋ ਸਧਾਰਨ ਵਾਕਾਂ ਨੂੰ ਜੋੜ ਕੇ, ਠੀਕ ਆ, ਤਾਂ ਅਤੇ ਵੈਸੇ ਉਹ 'ਚ ਵੈਸੇ ਉਪਵਾਕ ਆ ਜਿਹੜਾ ਇੱਕ ਦੂਜੇ 'ਤੇ ਆਧਾਰਿਤ ਨਹੀਂ ਹੁੰਦਾ। ਠੀਕ ਆ, ਸੰਯੁਕਤ ਦੇ ਵਿੱਚ ਕੀ ਹੁੰਦਾ, ਵਾਕ ਤਾਂ ਇੱਕ ਤੋਂ ਵੱਧ ਹੀ ਹੁੰਦੇ ਸਧਾਰਨ, ਪਰ ਇੱਕ ਦੂਜੇ ਦੇ ਉੱਤੇ ਆਧਾਰਿਤ ਕੋਈ ਨਹੀਂ ਹੁੰਦਾ। ਜਿਵੇਂ ਕਹਿ ਦਈਏ ਵੀ ਮਾਤਾ ਖਾਣਾ ਬਣਾ ਰਹੀ ਆ, ਪਰ ਬੱਚੇ ਪੜ੍ਹ ਰਹੇ ਨੇ। ਬੱਚੇ ਪੜ੍ਹ ਰਹੇ ਅੱਡ ਪੜ੍ਹੀ ਜਾਂਦੇ ਆ, ਮਾਤਾ ਖਾਣਾ ਬਣਾਈ ਜਾਂਦੀ ਆ, ਤਾਂ ਦੋਨੇ ਆਪਦੇ ਆਪ 'ਚ ਸੁਤੰਤਰ ਨੇ, ਪਰ ਇਹਨਾਂ ਨੂੰ ਜੋੜ ਕੇ ਉਪਵਾਕਾਂ ਨੂੰ ਇੱਕ ਵਾਕ ਬਣ ਗਿਆ, ਤਾਂ ਇਹਨੂੰ ਕਹਿੰਦੇ ਆ ਸੰਯੁਕਤ ਵਾਕ। ਫਿਰ ਆਪਾਂ ਲਿਖਿਆ ਮਿਸ਼ਰਤ ਵਾਕ। ਮਿਸ਼ਰਤ ਵਾਕ ਦੇ ਵਿੱਚ ਕੀ ਆ, ਇਹਦੇ 'ਚ ਇੱਕ ਪ੍ਰਧਾਨ ਉਪਵਾਕ ਹੁੰਦਾ ਅਤੇ ਬਾਕੀ ਉਹਦੇ ਅਧੀਨ ਹੀ ਹੁੰਦੇ ਆ ਸਾਰੇ। ਠੀਕ ਆ, ਜਿਵੇਂ ਕਿ ਭਾਰਤ ਦੀ ਕ੍ਰਿਕਟ ਟੀਮ ਖੁਸ਼ ਆ ਕਿਉਂਕਿ ਉਹਨਾਂ ਨੇ ਮੈਚ ਜਿੱਤਿਆ, ਤਾਂ ਇਹ ਤੁਹਾਡਾ ਮਿਸ਼ਰਤ ਵਾਕ ਆ। ਅਤੇ ਪ੍ਰਸ਼ਨਵਾਚਕ ਦੇ ਵਿੱਚ ਕੋਈ ਪ੍ਰਸ਼ਨ ਕੀਤਾ ਜਾਂਦਾ, ਬਿਸ਼ਮਕ ਦੇ ਵਿੱਚ ਕੋਈ ਖੁਸ਼ੀ ਜਾਂ ਫਿਰ ਆਪਣਾ ਕੀ ਕਹਿੰਦੇ ਉਹਨੂੰ, ਗਮੀ ਵਗੈਰਾ, ਉਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ 'ਚ ਪ੍ਰਗਟ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਆਪਾਂ ਬਿਸਮਿਕ ਵਾਕ ਕਹਿੰਦੇ ਹਾਂ। ਤਾਂ ਆਹ ਤਾਂ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਵਾਕ ਵੰਡ ਦੇ ਵਿੱਚ ਸਧਾਰਨ, ਸੰਯੁਕਤ, ਮਿਸ਼ਰਤ, ਪ੍ਰਸ਼ਨਵਾਚਕ ਔਰ ਬਿਸ਼ਮਕ। ਤਾਂ ਇੰਨੇ ਕੁ ਤੁਹਾਨੂੰ ਕਲੀਅਰ ਨੇ। ਇਹ ਸੀ ਇਹਦੀ ਵਾਕ ਵੰਡ। ਤਾਂ ਹੁਣ ਆਪਾਂ ਦੇਖੀਏ ਵਾਕ ਵਟਾਂਦਰਾ। ਇਹਦੇ 'ਚ ਵੀ ਵਾਕ ਵਟਾਂਦਰਾ ਹੁੰਦਾ, ਜਿਵੇਂ ਕਿ ਸਧਾਰਨ ਤੋਂ ਸੰਯੁਕਤ ਬਣਾਉਣਾ, ਸਧਾਰਨ ਤੋਂ ਮਿਸ਼ਰਤ ਬਣਾਉਣਾ, ਹਾਂ ਤੋਂ ਨਾ ਪੱਖੀ ਬਣਾਉਣਾ, ਨਾ ਪੱਖੀ ਤੋਂ ਹਾਂ ਪੱਖੀ ਬਣਾਉਣਾ, ਮਿਸ਼ਰਤ ਤੋਂ ਸਧਾਰਨ ਕਰਨਾ, ਸੰਯੁਕਤ ਤੋਂ ਸਧਾਰਨ ਕਰਨਾ। ਤਾਂ ਇਹ ਚੀਜ਼ਾਂ ਕਾਹਦੇ 'ਚ ਆਉਂਦੀਆਂ ਨੇ, ਇਹਦੇ 'ਚ ਵਾਕ ਵਟਾਂਦਰੇ ਦੇ ਵਿੱਚ ਆ ਜਾਂਦੀਆਂ ਨੇ। ਤਾਂ ਹੁਣ ਆਪਾਂ ਇਹਦੇ 'ਚ ਗੱਲ ਕਰੀਏ ਵਿਸ਼ਰਾਮ ਚਿੰਨ੍ਹ। ਵਿਸ਼ਰਾਮ ਚਿੰਨ੍ਹ ਡੰਡੀ, ਕੌਮਾ, ਪ੍ਰਸ਼ਨ ਚਿੰਨ੍ਹ, ਵਿਸ਼ਰਾਮ ਚਿੰਨ੍ਹ, ਇਹ ਕਿਹੜੇ ਹੁੰਦੇ ਆ, ਇਹ ਸਾਰੇ ਇਹਦੇ 'ਚ ਆ ਜਾਂਦੇ ਆ। ਓਕੇ, ਡੰਡੀ, ਕਾਮਾ, ਪ੍ਰਸ਼ਨ ਚਿੰਨ੍ਹ, ਵਿਸ਼ਰਾਮ ਚਿੰਨ੍ਹ ਆਦਿ। ਤਾਂ ਹੁਣ ਇਹਦੇ ਬਾਰੇ ਇੱਕ ਉਦੇਸ਼ ਤੇ ਵਿਧੇय ਆ ਜਿਹੜਾ, ਉਹ ਵੀ ਇਹਦੇ 'ਚ ਆਉਂਦਾ। ਪਰ ਇੱਕ ਗੱਲ ਇਹਦੇ 'ਚ ਧਿਆਨ ਰੱਖਣੀ ਆ, ਜੇ ਮਤਲਬ ਕਿਸੇ ਚੀਜ਼ ਦਾ ਭਾਵ ਇੱਕ ਸ਼ਬਦ ਤੋਂ ਹੀ ਪ੍ਰਗਟ ਹੋਵੇ, ਇਹ ਚੀਜ਼ ਨੂੰ ਮਾੜਾ ਜਿਹਾ ਮੈਂ ਜ਼ੋਰ ਪਾ ਕੇ ਬੋਲ ਰਿਹਾ, ਤੁਸੀਂ ਧਿਆਨ ਨਾਲ ਸੁਣਿਓ। ਜੇ ਬਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਹੀ ਪ੍ਰਗਟ ਹੋਵੇ ਤਾਂ ਬਿਸਮਿਕ ਚਿੰਨ੍ਹ ਉਸ ਸ਼ਬਦ ਦੇ ਪਿੱਛੋਂ ਹੀ ਆ ਜਾਂਦਾ। ਪਰ ਜੇ ਭਾਵ ਆ ਜਿਹੜਾ ਉਹਦਾ ਸਾਰੇ ਵਾਕ ਦੇ ਵਿੱਚੋਂ ਪ੍ਰਗਟ ਹੋਵੇ ਤਾਂ ਜਮਾ ਜਿਹੜਾ ਚਿੰਨ੍ਹ ਲੱਗੂਗਾ ਬਿਸਮਿਕ, ਉਹ ਲੱਗੂਗਾ ਲਾਸਟ 'ਤੇ। ਜੇ ਮਤਲਬ ਕਿ ਉਹਦਾ ਅਰਥ ਪੂਰੇ ਵਾਕ ਦੇ ਵਿੱਚੋਂ ਆਉਂਦਾ, ਦੈਨ ਉਹਨੂੰ ਆਪਾਂ ਲਾਸਟ 'ਤੇ ਲਾਉਣਾ। ਜੇ ਆਪਣਾ ਕਿਸੇ ਇੱਕ ਸ਼ਬਦ ਤੋਂ ਹੀ ਉਹਦਾ ਜਿਹੜਾ ਅਰਥ ਉਹ ਆ ਰਿਹਾ, ਤਾਂ ਦੈਨ ਉਹਦੇ ਪਿੱਛੋਂ ਹੀ ਲੱਗ ਜੂਗਾ। ਇਹ ਚੀਜ਼ ਨੂੰ ਤੁਸੀਂ ਥੋੜ੍ਹਾ ਜਿਹਾ ਧਿਆਨ ਦੇਣਾ ਸੀ। ਬਾਕੀ ਇਹਦੇ 'ਚ ਕੁਝ ਕੁ ਚੀਜ਼ਾਂ ਮਤਲਬ ਕਿ ਵਾਧੂ ਟਾਈਪ ਕਹਿ ਲਓ ਤੁਸੀਂ, ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਵੀ ਫੁਟਕਲ ਚੀਜ਼ਾਂ ਹੁੰਦੀਆਂ ਨੇ, ਤਾਂ ਇਹਦੇ 'ਚ ਉਹ ਵੀ ਹੁੰਦੇ ਆ। ਜਿਵੇਂ ਕਿ ਆਪਾਂ ਵਾਕੰਸ਼ ਵਰਤਦੇ ਹਾਂ, ਮੁਹਾਵਰੇ ਵਰਤਦੇ ਹਾਂ, ਠੀਕ ਆ, ਤਾਂ ਉਹ ਸਾਰਿਆਂ ਨੂੰ ਪਾਇਆ ਜਾਂਦਾ ਫੁਟਕਲ ਦੇ ਵਿੱਚ। ਜਿਵੇਂ ਕਿ ਆਪਾਂ ਕਹਿ ਦਈਏ ਅੱਗ ਦੇ ਭਾਅ, ਤਾਂ ਅੱਗ ਦੇ ਭਾਅ ਆਪਾਂ ਲਿਖਦੇ ਹਾਂ, ਪਰ ਇਹਦਾ ਅਰਥ ਆਪਣੇ ਕੋਲ ਕੀ ਹੁੰਦਾ ਵੀ ਕੋਈ ਬਹੁਤ ਜ਼ਿਆਦਾ ਮਹਿੰਗੀ ਚੀਜ਼ ਆ। ਤਾਂ ਮੁਹਾਵਰਾ ਕੋਈ ਕਹਿ ਲਓ, ਆਪਾਂ ਕਹਿੰਦੇ ਛਿੱਲ ਲਾਉਣੀ, ਤਾਂ ਇਹਦਾ ਮਤਲਬ ਵੀ ਉਹੀ ਹੋ ਗਿਆ ਨਾ, ਤਾਂ ਵੀ ਮਤਲਬ ਕਿ ਬਹੁਤ ਜ਼ਿਆਦਾ ਕਿਸੇ ਨੂੰ ਲੁੱਟ ਲੈਣਾ। ਓਕੇ, ਤਾਂ ਅਸੀਂ ਇਹਦੇ 'ਚ ਉਖਾਣ ਆ ਗਏ। ਜਿਵੇਂ ਕਿ ਕਹਿ ਦਈਏ ਕੋਈ ਵੀ ਅਖਾਣ ਹੁੰਦੇ ਆ, ਜਿਵੇਂ ਤੁਹਾਨੂੰ ਬਹੁਤ ਆਉਂਦੇ ਵੀ ਹੋਣਗੇ, ਇੱਕ ਪੰਥ ਦੋ ਕਾਜ, ਤਾਂ ਕਿਸੇ ਇੱਕ ਕੰਮ ਨਾਲ ਦੋ ਲਾਭ ਹੋ ਜਾਣੇ। ਤਾਂ ਇਹੋ ਜਿਹੀਆਂ ਚੀਜ਼ਾਂ ਇਹ ਸਾਰੀਆਂ ਇਹਦੇ 'ਚ ਆਪਾਂ ਫੁਟਕਲ ਦੇ ਵਿੱਚ ਪਾ ਦਿੰਦੇ ਹਾਂ। ਤਾਂ ਇਹ ਸੀਗੀ ਅੱਜ ਦੀ ਬੇਸਿਕ ਜਾਣਕਾਰੀ, ਅਤੇ ਜਿਹੜੀ ਤੁਸੀਂ ਇਹ ਕਲਾਸ ਨੂੰ ਲੈ ਕੇ ਅੱਜ ਸਿੱਖਿਆ, ਗ੍ਰਾਮਰ ਨੂੰ ਲੈ ਕੇ ਬੇਸਿਕ ਫੈਕਟ ਨੇ ਤੁਹਾਨੂੰ ਮੈਂ ਸਮਝਾਏ ਨੇ। ਅਗਰ ਇਹਨੂੰ ਲੈ ਕੇ ਤੁਹਾਡਾ ਕਿਸੇ ਦਾ ਵੀ ਕੋਈ ਡਾਊਟ ਰਹਿੰਦਾ, ਜਾਂ ਫਿਰ ਜਿਹੜੀਆਂ ਪਹਿਲੀਆਂ 2 ਕਲਾਸਾਂ ਮੈਂ ਤੁਹਾਨੂੰ ਕਰਵਾਈਆਂ ਨੇ ਉਹਨਾਂ ਨੂੰ ਲੈ ਕੇ ਤੁਹਾਡਾ ਕਿਸੇ ਦਾ ਵੀ ਕੋਈ ਡਾਊਟ ਆ, ਤਾਂ ਬੱਚੇ ਦੇਖੋ
ਉਹ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਵੀ ਆਹ ਵੀਡੀਓ ਦੇ ਵਿੱਚ, ਔਰ ਲਿੰਕ ਵੀ ਪੇਸਟ ਕਰ ਦਿਓ। ਈਵਨ ਚਾਹੇ ਉਸੇ ਵੀਡੀਓ ਤੇ ਕਮੈਂਟ ਕਰ ਦਿਓ ਵੀ ਇੰਨੇ ਟਾਈਮ ਦੇ ਉੱਤੇ ਸਾਡਾ ਕੋਈ ਆਹ ਵਾਲਾ ਡਾਊਟ ਆ ਜਿਹੜਾ ਉਹ ਸਾਡਾ ਰਹਿੰਦਾ ਗਾ। ਜਾਂ ਫਿਰ ਸਾਡਾ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦਿੱਤਾ ਜਾਊਗਾ, ਤੁਸੀਂ ਉੱਥੋਂ ਵੀ ਉਹਨੂੰ ਜੁਆਇਨ ਕਰ ਲੈਣਾ। ਉਹਦੇ ਤੇ PDF ਵਗੈਰਾ ਸ਼ੇਅਰ ਕੀਤੇ ਜਾਂਦੇ ਨੇ, ਔਰ ਕਰੰਟ ਦੇ MCQ ਵਗੈਰਾ ਉਹਦੇ ਤੇ ਆਪਾਂ ਸ਼ੇਅਰ ਕਰਦੇ ਹਾਂ। ਔਰ ਕਿਸੇ ਦਾ ਕੋਈ ਡਾਊਟ ਹੁੰਦਾ ਤੁਸੀਂ ਉੱਥੇ ਵੀ ਕਲੀਅਰ ਕਰ ਸਕਦੇ ਹੋ ਆਪਣਾ। ਔਰ ਸਾਡੇ ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਸਕਦੇ ਹੋ ਤੁਸੀਂ, ਉਹਦਾ ਵੀ ਪ੍ਰੀਤ ਐਜੂਕੇਸ਼ਨ ਦੇ ਨਾਮ ਤੇ ਸਾਡਾ ਅਕਾਊਂਟ ਆ, ਉਹਦੇ ਤੇ ਆਪਣੇ ਚੈਨਲ ਦਾ ਲੋਗੋ ਲੱਗਿਆ, ਤਾਂ ਤੁਸੀਂ ਉੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ। ਔਰ ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜਾਂ ਚੈਨਲ ਤੇ ਨਵੇਂ ਜੁੜੇ ਨੇ, ਤਾਂ ਤੁਸੀਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਔਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਵੀਡੀਓਜ਼ 'ਤੇ। ਜਿਵੇਂ ਕਿ ਕੁਝ ਕੁ ਚੁਣਿੰਦਾ ਬੱਚੇ ਆ ਜਿਹੜਾ ਵੀ ਕੁਐਸਚਨ ਕੀਤਾ ਜਾਂਦਾ ਤਾਂ ਉਹ ਤੋਂ ਪਤਾ ਲੱਗਦਾ ਵੀ ਉਹਨਾਂ ਨੇ ਉਹ ਚੀਜ਼ ਨੂੰ ਸੁਣਿਆ, ਸਮਝਿਆ, ਔਰ ਜਿਹੜਾ ਕੁਐਸਚਨ ਪੁੱਛਿਆ ਗਿਆ ਉਹਦੇ ਤੇ ਘਰ ਤੋਂ ਆਪਣੇ ਆਪ ਕੋਈ ਰਿਸਰਚ ਕੀਤੀ ਆ। ਤਾਂ ਬੱਚੇ ਜਿਹੜੇ ਵੀ ਕੋਈ ਕਲਾਸ ਨੂੰ ਦੇਖਦੇ ਆ ਜਾਂ ਫਿਰ ਇਹਨੂੰ ਬਾਅਦ ਦੇ ਵਿੱਚ ਨੋਟ ਕਰਦੇ ਨੇ, ਤਾਂ ਤੁਸੀਂ ਆਪਣਾ ਉਹਦੇ 'ਚ ਪੁੱਛਿਆ ਗਿਆ ਕੁਐਸਚਨ ਆ ਜਿਹੜਾ ਉਹਦੇ ਬਾਰੇ ਜ਼ਰੂਰ ਆਪਣਾ ਕਮੈਂਟ ਕਰਕੇ ਰਿਪਲਾਈ ਉਹਦਾ ਜ਼ਰੂਰ ਕਰਿਆ ਕਰੋ। ਜਿਵੇਂ ਕਿ ਮੈਂ ਤੁਹਾਨੂੰ ਕੱਲ੍ਹ ਪੁੱਛਿਆ ਸੀਗਾ, ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਨੇ ਹਜੇ ਤੱਕ ਉਹਦਾ ਆਨਸਰ ਨਹੀਂ ਦਿੱਤਾ, ਤਾਂ ਜਿਹੜੀ ਦੇ L2 ਲਿਖ ਕੇ ਪਾਇਆ ਉਹਦਾ ਮਤਲਬ ਆ ਵੀ ਇਹ ਇਸ ਸੀਰੀਜ਼ ਦੇ ਵਿੱਚ ਲੈਕਚਰ ਦੂਸਰਾ ਗਾ। ਤਾਂ ਜਿਵੇਂ ਅੱਜ ਦੀ ਕਲਾਸ ਆ ਇਹਦੇ ਤੇ L3 ਪਾਇਆ ਹੋਊਗਾ, ਤਾਂ ਇਹ ਆਪਣੀ ਗ੍ਰਾਮਰ ਦੀ ਤੀਸਰੀ ਕਲਾਸ ਆ। ਤਾਂ ਉਮੀਦ ਕਰਦਾ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।